ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀਓ। ਡੰਡੌਤ ਬੰਧਨ ਅਨੇਕ ਬਾਰ, ਡੰਡੌਤ ਬੰਧਨ ਅਨੇਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨੈ, ਕਰੁਣਾ ਮੈਂ ਸਭ ਦੁਖ ਹਰੋ। ਹੇ ਸ਼ਰਨ ਜੋਗ ਦਿਆਲੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਸਰੀਰ ਸਵਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਗੁਰ ਗੋਪਾਲ ਗੋਬਿੰਦ ਗੁਰ, ਗੁਰ ਪੂਰਨ ਨਾਰਾਇਣ। ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ। ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ। ਬਲਿਹਾਰੀ ਗੁਰ ਆਪਣੈ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਦਾਨ ਉਪਮਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ
ਜੁੜ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਆਪਣੀ ਪਾਵਨ ਪਵਿੱਤਰ ਸੁਭਾਗੀ ਅੰਮ੍ਰਿਤਮਈ ਹਜ਼ੂਰੀ, ਅੰਮ੍ਰਿਤਮਈ ਗੋਦ ਦੀ ਦਾਤ ਬਖਸ਼ੀ ਹੈ। ਔਰ ਗੁਰਸੰਗਤ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੀ ਮਰਿਆਦਾ ਮੁਤਾਬਕ ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ, ਘੜੀਆਂ ਸਫਲ ਬਣਾਈਆਂ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਔਰ ਪਵਿੱਤਰ ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਈਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਫਤਿਹ ਦਾ ਜਵਾਬ ਫਤਿਹ 'ਚ ਦੇਵੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕ ਰੋਜ਼ਾਨਾ ਆਪ ਜੀ ਵਿਚਾਰ ਸਹਿਤ ਸ਼ਰਵਣ ਕਰਦੇ ਹੋ। ਔਰ ਇਹਨਾਂ ਸ਼ਲੋਕਾਂ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਜੀਵਨ ਜੁਗਤ ਸਮਝਾ ਰਹੇ ਨੇ ਕਿ ਜਿਉਣਾ ਕਿਵੇਂ ਹੈ। ਹਾਲਾਂਕਿ ਜਿਉਂਦੇ ਤੇ ਆਪਾਂ ਸਾਰੇ ਹੀ ਸੰਸਾਰ ਅੰਦਰ ਜਨਮ ਹੋਇਆ, ਜੀਵਨ ਦਾ ਸਫ਼ਰ ਆਰੰਭ ਹੋਇਆ ਤੇ ਇਹ ਮੌਤ ਰੂਪੀ ਮੁਕਾਮ ਤੱਕ ਸਫ਼ਰ ਚੱਲਦਾ ਹੈ। ਜਿਉਂਦੇ ਸਾਰੇ ਹਨ, ਪਰ ਇੱਕ ਪੱਖ ਸਤਿਗੁਰੂ ਬਾਣੀ 'ਚ ਇਹ ਵੀ ਕਹਿੰਦੇ ਹਨ ਕਿ ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾਹੀ। ਜਿਉਂਦੇ ਹਨ ਲੋਕ ਪਰ ਅਸਲ 'ਚ ਜਿਉਣਾ ਆਉਂਦਾ ਨਹੀਂ ਹੈ। ਤੇ ਦੂਜੀ ਗੱਲ ਕਬੀਰ ਸਾਹਿਬ ਨੇ ਇਹ ਵੀ ਕਹੀ ਕਿ ਮਰਦੇ ਤੇ ਹਨ ਲੋਕ ਪਰ ਮਰਨਾ ਵੀ ਨਹੀਂ ਆਉਂਦਾ ਹੈ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣੈ ਕੋਇ। ਇਹ ਤਿੰਨ ਪੜਾਅ ਹਨ। ਇੱਕ ਹੈ ਜਨਮ, ਦੂਜਾ ਹੈ ਜੀਵਨ, ਤੀਜਾ ਹੈ ਮਰਨ। ਜਨਮ ਤੋਂ ਸਾਡਾ ਜੀਵਨ ਦਾ ਸਫ਼ਰ ਆਰੰਭ ਹੁੰਦਾ ਹੈ, ਫਿਰ ਇਹ ਜੀਵਨ ਭਰ ਜ਼ਿੰਦਗੀ ਭਰ ਸਫ਼ਰ ਚੱਲਦਾ ਹੈ। ਮੌਤ ਰੂਪੀ ਮੁਕਾਮ 'ਤੇ ਇਹ ਸਫ਼ਰ ਦੀ ਸੰਪੂਰਨਤਾ ਹੁੰਦੀ ਹੈ, ਖਤਮ ਹੁੰਦਾ ਹੈ। ਹੁਣ ਜਿਉਣਾ, ਜਨਮ ਲੈਣਾ ਸਾਡੇ ਹੱਥ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਜੀਵਨ ਦੇ ਬਹੁਤ ਸਾਰੇ ਪੱਖ ਹਨ ਜਿਨ੍ਹਾਂ ਨੂੰ ਅਸੀਂ ਸਵਾਰ ਸਕਦੇ ਹਾਂ, ਔਰ ਉਹਦੀ ਸਿੱਖਿਆ ਗੁਰੂ ਨੇ ਬਾਣੀ 'ਚ ਸਾਨੂੰ ਦਿੱਤੀ ਹੈ। ਇਸੇ ਤਰ੍ਹਾਂ ਮਰਨਾ ਹੈ। ਮਰਦਾ ਤੇ ਹਰ ਮਨੁੱਖ ਹੈ ਜਿਹੜਾ ਸੰਸਾਰ 'ਚ ਆਇਆ ਹੈ, ਪਰ ਕਈਆਂ ਦਾ ਜਿਉਣਾ ਸੰਸਾਰ ਦੇ ਲਈ ਮਿਸਾਲ ਬਣਦਾ ਹੈ, ਨਾਲ ਦੀ ਨਾਲ ਮਰਨਾ ਵੀ ਮਿਸਾਲ ਬਣਦਾ ਹੈ। ਔਰ ਕਈਆਂ ਦਾ ਮਰਨਾ ਸੰਸਾਰ ਦੇ ਲਈ ਮਿਸਾਲ ਬਣਦਾ ਹੈ। ਸੋ ਸਾਡਾ ਜਿਉਣਾ ਵੀ ਬਹੁਤ ਉੱਤਮ ਉੱਚੇ ਪੱਧਰ ਦਾ ਜਿਉਣਾ ਹੋਵੇ, ਇਹਦੀ ਸਿੱਖਿਆ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਸਾਡਾ ਮਰਨਾ ਵੀ ਇੱਕ ਐਸਾ ਮਰਨਾ ਹੋਵੇ ਕਿ ਸੰਸਾਰ ਦੇ ਲਈ ਉਹ ਵੀ ਇੱਕ ਮਿਸਾਲ ਹੋਵੇ, ਐਸੀ ਸਿੱਖਿਆ ਗੁਰੂ ਨੇ ਬਾਣੀ 'ਚ ਦਿੱਤੀ ਹੈ। ਤੇ ਇਹਨਾਂ ਹੀ ਕੁਝ ਪਹਿਲੂਆਂ ਨੂੰ ਸਿੱਖਣ ਦੇ ਲਈ ਆਪਾਂ ਗੁਰਬਾਣੀ ਵਿਚਾਰ ਕਰਦੇ ਹਾਂ, ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ, ਤਾਂ ਕਿ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਦੇ ਜੀਵਨ ਤੋਂ ਸਿੱਖ ਸਕੀਏ, ਉਹਨਾਂ ਦੇ ਬੋਲਾਂ ਤੋਂ ਸਿੱਖ ਸਕੀਏ। ਜੋ ਉਹਨਾਂ ਦੇ ਕੋਲ ਗਿਆਨ ਸੀ ਤੇ ਉਹਨਾਂ ਨੇ ਉਹ ਗਿਆਨ ਸਾਨੂੰ ਬਾਣੀ ਸ਼ਬਦ ਰੂਪ ਦੇ ਵਿੱਚ ਬਖਸ਼ਿਸ਼ ਕੀਤਾ, ਉਹਦੇ ਤੋਂ ਆਪਾਂ ਸਿੱਖ ਸਕੀਏ। ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ 145 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਸਾਹਿਬ ਜੀ ਨੇ ਅਖੀਰਲੇ ਸ਼ਲੋਕ ਦੇ ਵਿੱਚ ਇੱਕ ਵੈਸ਼ਨੂੰ ਦੀ ਗੱਲ ਕੀਤੀ।
ਉਹ ਵੈਸ਼ਨੂ ਜਿਹੜਾ ਬਾਹਰੋਂ ਤੇ ਧਰਮ ਦਾ ਭੇਖ ਧਾਰਨ ਕਰਕੇ ਸੰਸਾਰ ਸਾਹਮਣੇ ਵਿਚਰਦਾ ਹੈ, ਹੱਥ 'ਚ ਮਾਲਾ ਵੀ ਰੱਖਦਾ ਹੈ, ਮੱਥੇ 'ਤੇ ਤਿਲਕ ਵੀ ਹੈ, ਹੋਰ ਵੀ ਜੋ ਉਹਨਾਂ ਦੇ ਧਰਮ ਕਰਮ ਅਡੰਬਰ ਨੇ ਸਾਰੇ ਧਾਰਨ ਕਰਦਾ ਹੈ, ਪਰ ਅੰਦਰ ਜੀਵਨ ਧਰਮ ਤੋਂ ਸੱਖਣਾ ਹੈ। ਭੇਖ ਹੈ ਪਰ ਕਰਨੀ ਕੀਰਤ ਕਮਾਈ ਨਹੀਂ ਹੈ। ਤੇ ਕਬੀਰ ਸਾਹਿਬ ਨੇ ਉੱਥੇ ਕਿਹਾ ਕਿ ਠੀਕ ਹੈ, ਬਾਹਰੋਂ ਤਾਂ ਤੂੰ ਐਨ ਖਰੇ ਸੋਨੇ ਵਰਗਾ ਲੱਗਦਾ ਹੈ ਇਹ ਵੈਸ਼ਨੂ ਮਹਾਤਮਾ, ਪਰ ਜੇ ਤੇਰੇ ਅੰਦਰ ਵੇਖਿਆ ਜਾਏ ਤੇ ਫਿਰ ਅੰਦਰ ਕੀ ਹੈ? ਅੰਦਰ ਕੇਵਲ ਖੋਟ ਹੀ ਖੋਟ, ਖੋਟ ਹੀ ਖੋਟ। ਗੁਰੂ ਨਾਨਕ ਦੇਵ ਜੀ ਮਹਾਰਾਜ ਚੜ੍ਹਿਆ ਸੋਧਣ ਧਰਤ ਲੁਕਾਈ, ਸਭ ਤਰ੍ਹਾਂ ਦੇ ਲੋਕ ਗੁਰੂ ਨਾਨਕ ਮਹਾਰਾਜ ਨੂੰ ਮਿਲੇ, ਹਿੰਦੂ ਵੀ ਮਿਲੇ, ਮੁਸਲਮਾਨ ਵੀ ਮਿਲੇ, ਜੋਗੀ ਵੀ ਮਿਲੇ, ਔਰ ਇੱਦਾਂ ਦੇ ਵੈਸ਼ਨੂ ਵੀ ਮਿਲੇ। ਹਰ ਮੱਤ ਦੇ ਧਰਮ ਦੇ ਦੇਸਾਂ ਪ੍ਰਦੇਸਾਂ ਦੇ ਲੋਕਾਂ ਨੂੰ ਗੁਰੂ ਨਾਨਕ ਮਹਾਰਾਜ ਮਿਲੇ। ਇੱਕ ਜੋ ਸਤਿਗੁਰੂ ਨੇ ਹਰ ਮਨੁੱਖ ਨੂੰ ਕਾਮਨ ਉਪਦੇਸ਼ ਦਿੱਤਾ, ਉਹ ਸੀ ਗੁਣਵਾਨ ਬਣ ਕੇ ਜਿਉਣ ਦਾ ਉਪਦੇਸ਼। ਗੁਰੂ ਨਾਨਕ ਮਹਾਰਾਜ ਜੀ ਵੱਲੋਂ ਕੀਤੇ ਸਮੁੱਚੇ ਪ੍ਰਚਾਰ ਤੇ ਪ੍ਰਸਾਰ ਦਾ ਨਿਚੋੜ ਇਹ ਸੀ, ਉਹਨਾਂ ਨੇ ਕਿਸੇ ਭੇਖ ਤੇ ਜ਼ੋਰ ਨਹੀਂ ਦਿੱਤਾ। ਜੇ ਗੁਰੂ ਨਾਨਕ ਪੰਡਤ ਨੂੰ ਉਪਦੇਸ਼ ਦਿੰਦੇ ਹਨ ਤੇ ਬਚਨ ਕਿਹੜੇ ਕਰਦੇ ਹਨ? ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸੱਤ, ਵਟ। ਦਇਆ ਦੀ ਗੱਲ ਉਹਨਾਂ ਨੇ ਕੀਤੀ, ਸੰਤੋਖ ਦੀ ਗੱਲ ਉਹਨਾਂ ਨੇ ਕੀਤੀ, ਜਤ ਤੇ ਸੱਤ ਦੀ ਉੱਚੇ ਆਚਰਣ, ਚੰਗੇ ਕਰੈਕਟਰ ਦੀ ਗੱਲ ਗੁਰੂ ਨਾਨਕ ਜੀ ਨੇ ਕੀਤੀ। ਜੇ ਗੁਰੂ ਨਾਨਕ ਮਹਾਰਾਜ ਨੂੰ ਜੋਗੀ ਮਿਲੇ, ਉਹਨਾਂ ਨੂੰ ਸਤਿਗੁਰੂ ਨੇ ਕੀ ਕਿਹਾ? ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਉੱਥੇ ਵੀ ਗੁਰੂ ਨਾਨਕ ਮਹਾਰਾਜ ਸੰਤੋਖ ਦੀ, ਜਤ, ਸੱਤ, ਉੱਚੇ ਆਚਰਣ ਦੀ ਗੱਲ ਕਰਦੇ ਹਨ। ਜੇ ਗੁਰੂ ਨਾਨਕ ਮਹਾਰਾਜ ਮੁਸਲਮਾਨਾਂ ਨੂੰ ਮਿਲੇ, ਉੱਥੇ ਵੀ ਸਤਿਗੁਰੂ ਨੇ ਚੰਗੇ ਅਮਲਾਂ ਤੇ ਚੰਗੇ ਕਰਮਾਂ ਦੀ ਸਿੱਖਿਆ ਦਿੱਤੀ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਚੰਗੇ ਕਰਮਾਂ ਵਾਲੇ ਬਣੋ, ਆਚਾਰ ਕਿਰਦਾਰ ਉੱਤਮ ਬਣਾਓ। ਬਾਹਰ ਦਾ ਭੇਖ ਕਿਧਰੇ ਗੁਰੂ ਨੇ ਭੇਖ ਦੀ ਸਿੱਖਿਆ ਨਹੀਂ ਦਿੱਤੀ, ਕਰਨੀ ਕਮਾਈ ਦੀ ਸਿੱਖਿਆ ਦਿੱਤੀ ਹੈ। ਔਰ ਇਹੀ ਬਰਾਬਰ ਸਿੱਖਿਆ ਸਾਡੇ ਲਈ ਵੀ ਹੈ। ਸਿੱਖ ਸੰਤੋਖੀ ਹੋਵੇ, ਉੱਚੇ ਆਚਰਣ ਵਾਲਾ ਹੋਵੇ, ਦਇਆ ਵਾਲਾ ਹੋਵੇ, ਨਿਮਰਤਾ ਵਾਲਾ ਹੋਵੇ, ਇਹ ਸਾਰੇ ਗੁਣ ਜੋ ਗੁਰੂ ਨੇ ਬਾਣੀ 'ਚ ਕਹੇ ਨੇ, ਇਹ ਨਹੀਂ ਹੈ ਕਿ ਇਹ ਜੀ ਉਹ ਪੰਡਤ ਨੂੰ ਉਪਦੇਸ਼ ਹੈ ਤੇ ਮੇਰੇ ਲਈ ਉਪਦੇਸ਼ ਨਹੀਂ ਹੈ, ਇਹ ਜੀ ਜੋਗੀ ਦੇ ਲਈ ਉਪਦੇਸ਼ ਹੈ ਤੇ ਮੇਰੇ ਲਈ ਉਪਦੇਸ਼ ਨਹੀਂ ਹੈ, ਜਾਂ ਆਪਾਂ ਕਹੀਏ ਜੀ ਇਹ ਕਾਜੀ ਦੇ ਲਈ ਉਪਦੇਸ਼ ਹੈ, ਇਹ ਮੇਰੇ ਲਈ ਉਪਦੇਸ਼ ਥੋੜ੍ਹਾ। ਇਹ ਸ਼ਬਦ ਤੇ ਗੁਰੂ ਨਾਨਕ ਨੇ ਸੱਜਣ ਨੂੰ ਉਪਦੇਸ਼ ਦਿੰਦਿਆਂ ਉਚਾਰਨ ਕੀਤਾ, ਇਹ ਸੱਜਣ ਠੱਗ ਦੇ ਲਈ ਉਪਦੇਸ਼ ਹੈ, ਮੇਰੇ ਲਈ ਨਹੀਂ। ਗੁਰੂ ਕੀ ਬਾਣੀ, ਗੁਰੂ ਕੀ ਸਿੱਖਿਆ ਤੇ ਸਾਡੇ ਸਭ ਦੇ ਲਈ ਹੈ, ਹਰ ਇੱਕ ਪ੍ਰਾਣੀ ਦੇ ਲਈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬ ਹੂੰ ਡੋਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਵੈਸ਼ਨੂ, ਗੱਲ ਬਾਹਰ ਦੇ ਭੇਖ ਦੀ ਨਹੀਂ ਹੈ, ਗੱਲ ਅੰਦਰ ਦੀ ਕਰਨੀ ਦੀ ਹੈ। ਆਪਾਂ ਸੁਖਮਨੀ ਸਾਹਿਬ ਅੰਦਰ ਵੀ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਸ਼ਨੂ ਦੀ ਗੱਲ ਕਰਦਿਆਂ ਹੀ ਉਪਦੇਸ਼ ਦਿੱਤਾ ਹੈ ਕਿ ਵੈਸ਼ਨੂ ਸੋਏ। ਵੈਸ਼ਨੂ ਕੌਣ ਹੈ? ਜਿਹੜਾ कर्म करत होवै नेह कर्म तिस वैष्णु का निर्मल धर्म, काहू फल की इच्छा नहीं बाछै, केवल भगत कीर्तन संग राचै। केवल परमात्मा की भगती ते कीर्ति च जिहड़ा जुड़िया होया है। इस नूं अगे कबीर साहब जी अज 4 श्लोक हैं, 146 नंबर, 47, 48 ते 49 नंबर है। ਇਹ 4 ਸ਼ਲੋਕ ਇੱਕੋ ਲੜੀ ਦੇ ਸ਼ਲੋਕ ਹਨ, ਜਿਨ੍ਹਾਂ ਸ਼ਲੋਕਾਂ ਦੇ ਰਾਹੀਂ ਕਬੀਰ ਸਾਹਿਬ ਜੀ ਪਰਮਾਤਮਾ ਦੇ ਸੇਵਕ ਦੀ ਗੱਲ ਕਰ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਹਰੀ ਦਾ ਸੇਵਕ। ਔਰ ਪਰਮਾਤਮਾ ਦੇ ਸੇਵਕ ਬਾਰੇ ਬਾਣੀ 'ਚ ਅਨੇਕਾਂ ਸ਼ਬਦ ਆਏ ਹਨ।
ਜਨ ਸ਼ਬਦ ਇੱਥੇ ਕਬੀਰ ਸਾਹਿਬ ਜੀ ਨੇ ਵੀ ਵਰਤਿਆ ਹੈ। ਹੋਰ ਵੀ ਬਹੁਤ ਜਗ੍ਹਾ ਤੇ ਜਨ ਸ਼ਬਦ ਆਉਂਦਾ ਹੈ। ਜਨ ਦਾ ਮਤਲਬ ਹੈ ਸੇਵਕ। ਵੈਸੇ ਜਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ 2 ਰੂਪਾਂ 'ਚ ਤੇ 2 ਅਰਥਾਂ 'ਚ ਆਇਆ ਹੈ। ਇੱਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਜ਼ਨ, ਉੱਥੇ ਜੱਜੇ ਦੇ ਪੈਰ 'ਚ ਬਿੰਦੀ ਲੱਗਦੀ ਹੈ ਜ਼ਨ। ਇਹ ਬਿੰਦੀ ਸਹਿਤ ਜਨ ਸ਼ਬਦ 2 ਵਾਰ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਹੈ। ਇੱਕ ਤਿਲੰਗ ਰਾਗ ਵਿਖੇ ਆਉਂਦਾ ਹੈ ਜ਼ਨ ਪਿਸਰ ਪਦਰ ਬਿਰਾਦਰਾਂ ਕਸ਼ਨੇਸ਼ ਦਸਤੰਗੀਰ। ਇੱਕ ਆਉਂਦਾ ਹੈ ਸੱਤਾ ਬਲਵੰਡ ਜੀ ਦੀ ਵਾਰ ਅੰਦਰ, ਉਹ ਮਾਤਾ ਖੀਵੀ ਜੀ ਦੇ ਪ੍ਰਤੀ ਉਹਨਾਂ ਨੇ ਉਹ ਜਨ ਸ਼ਬਦ ਦੀ ਵਰਤੋਂ ਕੀਤੀ। ਜਿੱਥੇ ਇਹ 2 ਜਗ੍ਹਾ ਤੇ ਜਨ ਸ਼ਬਦ ਬਿੰਦੀ ਲਗਾ ਕੇ ਪੜ੍ਹਿਆ ਜਾਣਾ, ਇਹਦਾ ਮਤਲਬ ਹੈ ਇਸਤਰੀ। ਉਹਦੇ ਤੋਂ ਬਿਨਾਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ 'ਚ ਸੈਂਕੜੇ ਵਾਰ ਜਨ ਸ਼ਬਦ ਆਇਆ ਹੈ। ਉਹਦਾ ਮਤਲਬ ਹੈ ਸੇਵਕ, ਪਰਮਾਤਮਾ ਦਾ ਸੇਵਕ, ਗੁਰੂ ਦਾ ਸੇਵਕ, ਅਕਾਲ ਪੁਰਖ ਦਾ ਸੇਵਕ। ਜਨ ਸ਼ਬਦ ਸੇਵਕ ਦੇ ਲਈ ਆਇਆ ਹੈ। ਹੁਣ ਪਰਮਾਤਮਾ ਦਾ ਸੇਵਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਹਰੀ ਦਾ ਜਨ ਕਿਸ ਤਰ੍ਹਾਂ ਦਾ ਹੋਵੇ, ਕਬੀਰ ਸਾਹਿਬ ਜੀ ਨੇ ਉਹ ਕੁਝ ਦ੍ਰਿਸ਼ਟਾਂਤ ਦਿੱਤੇ ਹਨ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਇਹਨਾਂ ਸਲੋਕਾਂ 'ਚ 4 'ਚ ਸਮਝਣ ਵਾਲੀ ਹੈ ਕਿ ਆਮ ਤੌਰ 'ਤੇ ਕੀ ਹੁੰਦਾ ਹੈ, ਬੰਦਾ ਕੁਝ ਬੋਲਦਾ ਹੈ, ਗਲਤ ਬੋਲ ਦਿੱਤਾ, ਸਹੀ ਬੋਲ ਦਿੱਤਾ, ਫਿਰ ਆਪਣੇ ਬੋਲਾਂ 'ਤੇ ਅੜਿਆ ਰਹਿੰਦਾ ਹੈ ਕਿ ਜੋ ਮੈਂ ਕਹਿ ਦਿੱਤਾ ਹੁਣ ਇਹਨੂੰ ਬਦਲਣਾ ਨਹੀਂ ਹੈ, ਭਾਵੇਂ ਠੀਕ ਹੈ ਭਾਵੇਂ ਗਲਤ ਹੈ। ਭਾਵੇਂ ਗਲਤ ਵੀ ਹੋਵੇ, ਲੋਕ ਕਈ ਵਾਰ ਗਲਤ ਗੱਲ ਕਹਿ ਕੇ ਸਮਝ ਵੀ ਲੈਂਦੇ ਹਨ ਕਿ ਜੋ ਮੈਂ ਕਿਹਾ ਗਲਤ ਹੈ, ਜਿਹਦੀ ਸਪੋਰਟ ਕੀਤੀ ਹੈ ਉਹ ਗਲਤ ਹੈ, ਜੋ ਡਿਸੀਜ਼ਨ ਲਿਆ ਉਹ ਗਲਤ ਹੈ। ਪਰ ਫਿਰ ਵੀ ਬੰਦਾ ਉਹ ਗਲਤ ਸਟੈਪ ਨੂੰ, ਡਿਸੀਜਨ ਨੂੰ ਬਦਲਦਾ ਨਹੀਂ ਹੈ, ਕਿਉਂਕਿ ਸੋਚਦਾ ਹੈ ਇਹਦੇ ਨਾਲ ਮੇਰਾ ਹੰਕਾਰ ਜੁੜਿਆ ਹੈ। ਜੇ ਮੈਂ ਕਹਾਂਗਾ ਕਿ ਮੈਂ ਗਲਤ ਕੀਤਾ ਸੀ ਤੇ ਮੈਂ ਤੇ ਗਲਤ ਸਾਬਤ ਹੋ ਜਾਵਾਂਗਾ, ਮੇਰੀ ਪਤਾ ਨਹੀਂ ਇੱਜ਼ਤ ਘਟ ਜਾਏਗੀ, ਹੰਕਾਰ ਨੂੰ ਠੇਸ ਪਹੁੰਚੇਗੀ ਜੇ ਮੈਂ ਕਹਾਂਗਾ ਕਿ ਆ ਜਿਹੜਾ ਕੰਮ ਮੈਂ ਕੀਤਾ ਇਹ ਗਲਤ। ਇਸ ਕਰਕੇ ਲੋਕ ਆਪਣੇ ਗਲਤ ਕੰਮ ਤੇ ਗਲਤ ਕਮੈਂਟਮੈਂਟ ਤੇ ਵੀ ਅੜੇ ਰਹਿੰਦੇ ਹਨ, ਭਾਵੇਂ ਹੋਰ ਵੱਧ ਝਗੜਾ ਬਖੇੜਾ ਹੋ ਜਾਏ। ਭਗਤ ਕਬੀਰ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ ਰੱਬ ਦਾ ਸੇਵਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਭਗਤ ਹਨ, ਹੋਰ ਗੰਭੀਰਤਾ 'ਚ ਸੋਚ ਜਾਂਦੀ ਹੈ ਤੇ ਆਪਣੀ ਪਹਿਲਾਂ ਕਹੀ ਹੋਈ ਗੱਲ ਤੋਂ ਅੱਗੇ ਗੱਲ ਵਧਾ ਕੇ ਕਰਦੇ ਹਨ ਕਿ ਨਹੀਂ ਉਹਦੇ 'ਚ ਘਾਟ ਹੈ, ਉਹਦੇ ਤੋਂ ਵੀ ਅੱਗੇ ਹੈ, ਸੇਵਕ ਇਸ ਤਰ੍ਹਾਂ ਦਾ ਹੋਵੇ। ਫਿਰ ਵਿਚਾਰ ਕੇ ਕਹਿੰਦੇ ਨਹੀਂ, ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੋਵੇ। ਕਹਿਣ ਦਾ ਭਾਵ ਕਿ ਭਗਤ ਜੀ ਨੇ ਸਾਨੂੰ ਇਹ ਸਮਝਾਇਆ ਕਿ ਚੰਗਿਆਈ ਦਾ ਕੋਈ ਅੰਤ ਨਹੀਂ, ਕੋਈ ਗੱਲ ਸਮਾਜ ਅੰਦਰ ਅਖੀਰਲੀ ਗੱਲ ਨਹੀਂ ਹੈ ਕਿ ਜੋ ਮੈਂ ਕਹਿ ਦਿੱਤਾ ਕਵਾਂ ਬਸ ਇਹੀ ਅਖੀਰ ਹੈ ਤੇ ਇਦੋਂ ਕੋਈ ਚੰਗੀ ਗੱਲ ਕਰ ਹੀ ਨਹੀਂ ਸਕਦਾ ਹੈ, ਕਹਿ ਹੀ ਨਹੀਂ ਸਕਦਾ, ਇਦੋਂ ਚੰਗਾ ਕੁਝ ਹੋ ਹੀ ਨਹੀਂ ਸਕਦਾ। ਅੱਗੇ ਤੋਂ ਅੱਗੇ ਚੰਗਿਆਈ ਦੀ ਵਿਚਾਰ ਜਿਵੇਂ ਜਿਵੇਂ ਖੋਜ ਚੱਲਦੀ ਹੈ, ਅੱਗੇ ਤੋਂ ਅੱਗੇ ਚੰਗੀਆਂ ਤੋਂ ਚੰਗੀਆਂ, ਗਹਿਰੀਆਂ ਤੋਂ ਗਹਿਰੀਆਂ ਗੱਲਾਂ ਸਮਾਜ ਸਾਹਮਣੇ ਨਿਕਲ ਕੇ ਆਉਂਦੀਆਂ ਨੇ। ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਹਿੰਦੇ ਵਾਹਿਗੁਰੂ ਦਾ ਸੇਵਕ ਬਣਨਾ ਹੈ ਤੇ ਕਿੱਦਾਂ ਦਾ ਬਣ, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਕਹਿੰਦੇ ਮਨ ਦਾ ਹੰਕਾਰ ਛੱਡ, ਜੇ ਪਰਮਾਤਮਾ ਦਾ ਸੇਵਕ ਬਣਨਾ ਹੈ ਤੇ ਆਪਣੇ ਆਪ ਨੂੰ ਰਸਤੇ 'ਚ ਪਏ ਹੋਏ ਇੱਕ ਪੱਥਰ ਵਰਗਾ ਬਣਾ ਲੈ। ਰਸਤੇ 'ਚ ਪਿਆ ਹੈ ਇੱਕ ਰੋੜਾ, ਇੱਧਰੋਂ ਕੋਈ ਆਇਆ ਉਹਨੇ ਮਾਰਿਆ ਠੁੱਡ ਤੇ ਪਰੇ ਨੂੰ ਰੇੜ ਦਿੱਤਾ, ਉੱਧਰੋਂ ਆਇਆ ਉਹਨੇ ਮਾਰਿਆ ਠੁੱਡ ਉੱਧਰ ਨੂੰ ਰੇੜ ਦਿੱਤਾ, ਕਿਸੇ ਨੇ ਉੱਪਰ ਪੈਰ ਰੱਖਿਆ ਉਹ ਅੱਗੇ ਲੰਘ ਗਿਆ, ਸਭ ਦੇ ਪੈਰਾਂ ਦੇ ਥੱਲੇ ਆ ਰਿਹਾ ਹੈ। ਤੇ ਕਬੀਰ ਸਾਹਿਬ ਕਹਿੰਦੇ ਇੰਨੀ ਨਿਮਰਤਾ ਜੀਵਨ ਦੇ ਵਿੱਚ ਧਾਰਨ ਕਰ ਲੈ, ਇੰਨਾ ਨੀਵਾਂ ਆਪਣੇ ਜੀਵਨ ਨੂੰ ਬਣਾ ਲੈ। ਅੰਦਰ ਦੀ ਨਿਮਰਤਾ ਦੀ ਗੱਲ ਹੈ, ਗਰੀਬੀ ਦੀ ਗੱਲ। ਸਿੱਖ ਦਾ ਜੀਵਨ ਤੇ ਉੱਚਾ ਹੋਣਾ ਚਾਹੀਦਾ ਹੈ ਪਰਮਾਤਮਾ ਦੇ ਸੇਵਕ ਦਾ, ਪਰ ਉੱਚਾ ਹੋਣ ਦੇ ਬਾਵਜੂਦ ਅੰਦਰ ਅਤਿਅੰਤ ਹਲੀਮੀ ਹੋਣੀ ਚਾਹੀਦੀ ਹੈ, ਨਿਮਰਤਾ ਹੋਣੀ ਚਾਹੀਦੀ ਹੈ, ਦੀਨਤਾ ਹੋਣੀ ਚਾਹੀਦੀ ਹੈ। ਉਹਦੀ ਇੱਕ ਉਦਾਹਰਨ ਉਹ ਦੇ ਰਹੇ ਹਨ ਕਿ ਇੱਦਾਂ ਦੀ
ਦੀਨਤਾ, ਇਦਾਂ ਦੀ ਹਲੀਮੀ, ਨਿਮਰਤਾ ਆਪਣੇ ਜੀਵਨ ਦੇ ਵਿੱਚ ਤੂੰ ਬਣਾ। ਅਭਿਮਾਨ ਨੂੰ ਲਾਂਭੇ ਕਰਕੇ, ਹੰਕਾਰ ਨੂੰ ਇੱਕ ਪਾਸੇ ਕਰਕੇ, ਜਿਵੇਂ ਇੱਕ ਰਸਤੇ ਦੇ ਵਿੱਚ ਪਿਆ ਹੋਇਆ ਰੋੜਾ ਹੈ, ਪਿਆ ਹੋਇਆ ਪੱਥਰ ਹੈ, ਕੋਈ ਇੱਧਰੋਂ ਸੱਟ ਮਾਰ ਰਿਹਾ, ਕੋਈ ਇੱਧਰੋਂ ਠੁੱਡ ਮਾਰ ਰਿਹਾ, ਕੋਈ ਪੈਰ ਉੱਪਰ ਰੱਖ ਕੇ ਜਾ ਰਿਹਾ। ਕਹਿੰਦੇ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਜਿਹੜਾ ਇਦਾਂ ਦਾ ਪ੍ਰਮਾਤਮਾ ਦਾ ਕੋਈ ਸੇਵਕ ਬਣ ਗਿਆ ਕਿ ਇੰਨੀ ਹਲੀਮੀ, ਸਭ ਦੇ ਠੁੱਡ ਸਹਾਰਦਾ ਪਿਆ ਹੈ, ਸਭ ਦੇ ਠੁੱਡ ਸਹਾਰਦਾ ਪਿਆ, ਕਿਸੇ ਨੂੰ ਕੋਈ ਜਵਾਬ ਨਹੀਂ ਹੈ, ਇੰਨੀ ਦੀਨਤਾ, ਹਲੀਮੀ। ਇਸੇ ਨੂੰ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਸ਼ਬਦਾਂ 'ਚ ਵਰਣਨ ਕੀਤਾ। ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਕੁੰਮ। ਹੁਣ ਇਹ ਵੇਖੋ, ਇੱਕ ਪੱਖ ਹੈ, ਗੁਰਮਤ ਨੇ ਉਹ ਦੂਜਾ ਪੱਖ ਵੀ ਸਮਝਾਇਆ ਹੈ, ਜਿਹੜਾ ਆਪਾਂ ਦਸਮ ਪਾਤਸ਼ਾਹ ਜੀ ਦੇ ਇਤਿਹਾਸ 'ਚੋਂ ਪੜ੍ਹਦੇ ਹਾਂ। ਨਿਮਰਤਾ ਹੋਣੀ ਚਾਹੀਦੀ, ਪਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ। ਉਹ ਇੱਕ ਵੱਖਰੀ ਗੱਲ ਹੈ। ਇਹ ਨਹੀਂ ਕਿ ਜ਼ੁਲਮ ਹੁੰਦਾ ਰਹੇ ਤੇ ਅਸੀਂ ਝੁਕਦੇ ਰਹੀਏ। ਜ਼ੁਲਮ ਅੱਗੇ ਝੁਕਣਾ ਵੀ ਗੁਰੂ ਨੇ ਸਾਨੂੰ ਨਹੀਂ ਸਿਖਾਇਆ। ਜ਼ੁਲਮ ਦੇ ਸਾਹਮਣੇ ਗੱਜ ਕੇ ਆਵਾਜ਼ ਬੁਲੰਦ ਕਰਨੀ ਹੈ, ਇਹ ਪਹਿਲੇ ਜਾਮੇ ਤੋਂ ਹੀ ਸਿਖਾਇਆ ਗਿਆ ਹੈ। ਜਦੋਂ ਗੁਰੂ ਨਾਨਕ ਬਾਬਰ ਦੇ ਸਾਹਮਣੇ ਆਵਾਜ਼ ਬੁਲੰਦ ਕਰਦੇ ਨੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾ ਲੋ। ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿਖੇ ਹਨ। ਸ਼ੇਰ ਸ਼ਾਹ ਸੂਰੀ ਦੇ ਨਾਲ ਹਮਾਯੂ ਦਾ ਮੁਕਾਬਲਾ ਹੋਇਆ ਤੇ ਹਮਾਯੂ ਜੰਗ ਹਾਰ ਗਿਆ। ਹਾਰ ਕੇ ਜਾਂਦਾ ਪਿਆ ਸੀ ਕਾਬਲ ਕੰਧਾਰ ਵਾਲੇ ਪਾਸੇ, ਤੇ ਰਸਤੇ 'ਚ ਆ ਗਿਆ ਗੁਰੂ ਮਹਾਰਾਜ ਦੇ ਕੋਲ ਖਡੂਰ ਸਾਹਿਬ। ਤੇ ਜਦੋਂ ਸਤਿਗੁਰਾਂ ਦੇ ਦਰਬਾਰ 'ਚ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਬੱਚਿਆਂ ਨੂੰ ਕੋਈ ਕਸਰਤਾਂ ਕਰਵਾ ਰਹੇ ਸਨ ਜਾਂ ਪੜ੍ਹਾ ਰਹੇ ਸਨ, ਇੱਦਾਂ ਕਾਰਜਾਂ ਦੇ ਵਿੱਚ ਲੱਗੇ ਹੋਏ ਸਨ। ਇਹ ਜਦੋਂ ਆਇਆ, ਭਾਵੇਂ ਮੈਦਾਨੇ ਜੰਗ 'ਚੋਂ ਹਾਰ ਚੁੱਕਿਆ ਸੀ, ਪਰ ਅਜੇ ਵੀ ਅੰਦਰ ਹੈਂਕੜ ਸੀ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਹਾਲਾਂਕਿ ਜੰਗ ਹਾਰ ਚੁੱਕਿਆ ਸੀ। ਹੁਣ ਸਤਿਗੁਰਾਂ ਦੇ ਕੋਲ ਜਦੋਂ ਆਇਆ, ਮਨ 'ਚ ਇਹ ਸੀ ਕਿ ਗੁਰੂ ਮਹਾਰਾਜ ਮੇਰਾ ਕੋਈ ਉਚੇਚਾ ਸਵਾਗਤ ਕਰਨ, ਸਤਿਕਾਰ ਕਰਨ। ਪਰ ਗੁਰੂ ਘਰ ਵਿਖੇ ਤੇ ਵੇਖੋ ਸਾਰੇ ਬਰਾਬਰ ਹਨ, ਸਾਰੇ ਬਰਾਬਰ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਪ੍ਰਜਾ ਹੈ, ਸਭ ਦੇ ਲਈ ਬਰਾਬਰ ਹੈ। ਇੱਥੇ ਕਿਸੇ ਦੇ ਲਈ ਕੋਈ ਉਚੇਚਾ ਸਤਿਕਾਰ ਨਹੀਂ ਹੈ, ਕਿਸੇ ਦੇ ਲਈ ਕੋਈ ਕਿਸੇ ਤਰ੍ਹਾਂ ਦਾ ਤਿਰਸਕਾਰ ਨਹੀਂ ਹੈ, ਸਭ ਦੇ ਲਈ ਬਰਾਬਰ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈ ਲਏ ਮਿਲਾਏ ਜੀ। ਕੋਈ ਬਾਦਸ਼ਾਹੀ ਦੀ ਹੈਂਕੜ ਲੈ ਕੇ ਆਵੇ, ਜਿੰਨਾ ਮਰਜ਼ੀ ਆਈ ਜਾਵੇ। ਗੁਰੂ ਘਰ ਵਿਖੇ ਇਹ ਨਹੀਂ ਕਿ ਉਹਨੂੰ ਕੋਈ ਉਚੇਚੇ ਤੌਰ ਤੇ ਕੋਈ ਉੱਚਾ ਰੁਤਬਾ ਕਿ ਤੂੰ ਬਾਦਸ਼ਾਹ ਹੈ। ਇੱਥੇ ਤੇ ਸਤ ਸੰਗੀ, ਸਾਰੇ ਹੀ ਸਤ ਸੰਗੀ ਹਨ। ਇਹਦੇ ਮਨ 'ਚ ਹੰਕਾਰ ਕਿ ਮਹਾਰਾਜ ਮੇਰਾ ਉਚੇਚਾ ਸਤਿਕਾਰ ਕਰਨ, ਪਰ ਸਤਿਗੁਰੂ ਲੱਗੇ ਹੋਏ ਸਨ ਆਪਣੇ ਕਾਰਜਾਂ 'ਚ। ਇਹਨੇ ਸੋਚਿਆ ਕਿ ਮੇਰੇ ਵੱਲ ਤੇ ਇਹਨਾਂ ਧਿਆਨ ਹੀ ਕੋਈ ਨਹੀਂ ਦਿੱਤਾ ਹੈ। ਹੱਥ ਤਲਵਾਰ ਦੇ ਮੁੱਠੇ ਤੇ ਪਾ ਲਿਆ ਗੁਰੂ ਸਾਹਿਬ ਤੇ ਵਾਰ ਕਰਨ ਦੇ ਲਈ। ਇਦੋਂ ਪਹਿਲਾਂ ਕਿ ਸ਼ਮਸ਼ੀਰ ਇਹ ਮਿਆਨ 'ਚੋਂ ਬਾਹਰ ਕੱਢਦਾ, ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਹਮਾਯੂ ਜਿਹੜੀ ਸ਼ਮਸ਼ੀਰ ਫਕੀਰਾਂ ਤੇ ਚੁੱਕਣ ਲੱਗਿਆ ਹੈ, ਜਦੋਂ ਮੈਦਾਨੇ ਜੰਗ 'ਚ ਸ਼ਮਸ਼ੀਰ ਚਲਾਉਣ ਦੀ ਲੋੜ ਸੀ, ਉੱਥੇ ਤੇਰੀ ਸ਼ਮਸ਼ੀਰ ਕਿੱਥੇ ਸੀ? ਉੱਥੋਂ ਜਿੱਥੇ ਤੇ ਵਰਤਣਾ ਸੀ ਸ਼ਸਤਰ, ਉੱਥੋਂ ਤੇ ਤੂੰ ਹਾਰ ਕੇ ਭੱਜ ਆਇਆ ਹੈ ਤੇ ਇੱਥੇ ਰੱਬੀ ਪਿਆਰਿਆਂ ਤੇ ਸ਼ਮਸ਼ੀਰਾਂ ਚੁੱਕ ਰਿਹਾ ਹੈ। ਇਹ ਹੈ ਜੁਰਤ। ਝੁਕਣਾ ਨਹੀਂ ਹੈ, ਜ਼ਾਲਮ ਦਾ ਜ਼ੁਲਮ ਨਹੀਂ ਸਹਾਰਨਾ, ਉਹਨੂੰ ਮੂੰਹ ਤੋੜਵਾ ਜਵਾਬ। ਇਸੇ ਨੂੰ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਸਾਡੇ ਘਰ 'ਚ ਤੇ ਹੈ ਗਰੀਬੀ, ਨਿਮਰਤਾ, ਹਲੀਮੀ, ਪਰ ਔਰੰਗਜ਼ੇਬ ਤੂੰ ਸਾਨੂੰ ਲਾਚਾਰ ਕੀਤਾ, ਤੇਰੇ ਜ਼ੁਲਮਾਂ ਨੇ ਸਾਨੂੰ ਮਜਬੂਰ ਕੀਤਾ ਸ਼ਮਸ਼ੀਰ ਚੁੱਕਣ ਦੇ ਲਈ। ਤੇ ਇਹ ਸੱਚ ਹੈ, ਜਦੋਂ ਤੇਰੇ ਵਰਗੇ ਜ਼ਾਲਮ ਜ਼ੁਲਮ ਦੀ ਇੰਤਹਾ ਕਰਨ ਤੇ ਉਦੋਂ ਗਰੀਬੀ ਤੇ ਨਿਮਰਤਾ ਦੀਆਂ ਗੱਲਾਂ ਕਰਨ ਵਾਲੇ ਰੱਬੀ ਫਕੀਰਾਂ ਨੂੰ ਵੀ ਹੱਥਾਂ ਦੇ ਵਿੱਚ ਸ਼ਮਸ਼ੀਰਾਂ ਚੁੱਕਣੀਆਂ ਪੈਂਦੀਆਂ ਹਨ। ਉਹ ਬਚਨ ਹਨ, ਚੂੰ ਕਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਪਰ ਗੁਰਮਤ ਦਾ ਪਹਿਲਾ ਲੈਸਨ ਹੈ ਨਿਮਰਤਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇ ਨਿਮਰਤਾ ਵੀ ਕੇਵਲ ਵਿਖਾਵੇ ਦੀ ਨਿਮਰਤਾ ਨਹੀਂ, ਵਿਖਾਵੇ ਦੀ ਨਿਮਰਤਾ ਨਹੀਂ ਕਿ ਬਾਹਰੋਂ ਕਹੀ ਜਾਈਏ ਜੀ ਅਸੀਂ ਕੁਝ ਨਹੀਂ, ਨਿਮਰਤਾ ਦਾ ਵਿਖਾਵਾ ਤੇ ਅੰਦਰ ਕਪਟ ਰੱਖਿਆ ਹੋਵੇ। ਇੱਦਾਂ ਦੀ ਨਿਮਰਤਾ ਵੀ ਗੁਰੂ ਨੇ ਪ੍ਰਮਾਣ ਨਹੀਂ ਜੇ ਕੀਤੀ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਥੀਏ ਜਾ ਹਿਰਦੇ ਕੁ ਸੁਧੇ ਜਾਏ।
ਵਾਕਿਆ ਅੰਦਰ ਦੀ ਨਿਮਰਤਾ। ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣੜੈ ਘਰ ਜਾਈਐ ਪੈਰ ਤਿੰਨਾਂ ਦੇ ਚੁੰਮ। ਜਾਂ ਫਰੀਦ ਸਾਹਿਬ ਦਾ ਦੂਜਾ ਪ੍ਰਮਾਣ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਕਬੀਰ ਸਾਹਿਬ ਕਹਿੰਦੇ ਇੱਦਾਂ ਦਾ ਜੀਵਨ ਬਣਾ ਲੈ ਜਿੱਦਾਂ ਇੱਕ ਰੋੜਾ ਹੈ, ਰਸਤੇ 'ਚ ਪਿਆ ਹੈ, ਸਭ ਦੀਆਂ ਠੋਕਰਾਂ ਖਾਂਦਾ ਪਿਆ ਹੈ, ਸਾਰੇ ਉਹਨੂੰ ਪੈਰਾਂ ਦੇ ਥੱਲੇ ਲਤਾੜਦੇ ਪਏ ਨੇ। ਤਜ ਮਨ ਕਾ ਅਭਿਮਾਨ ਹੰਕਾਰ, ਛੱਡ ਕੇ ਇੱਦਾਂ ਦੀ ਹਲੀਮੀ ਬਣਾ। ਜਿਹੜਾ ਇੱਦਾਂ ਦਾ ਬਣ ਗਿਆ ਤਾਂ ਹੀ ਮਿਲੈ ਭਗਵਾਨ, ਉਹਨੂੰ ਰੱਬ ਮਿਲ ਜਾਂਦਾ ਹੈ। ਕਿਉਂਕਿ ਜਿਹੜਾ ਹਿਰਦਾ ਨਿਮਰਤਾ ਵਾਲਾ ਹੈ ਉੱਥੇ ਤੇ ਰੱਬ ਦਾ ਮਿਲਾਪ ਹੈ। ਤੇ ਜਿਹੜੇ ਹਿਰਦੇ 'ਚ ਹੰਕਾਰ ਹੈ ਉਹ ਤੇ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉਂ ਮੀਂਹਾਂ। ਜਿਵੇਂ ਮੀਂਹ ਪੈਂਦਾ ਟਿੱਬਿਆਂ ਤੇ ਪਾਣੀ ਨਹੀਂ ਖਲੋਂਦਾ, ਟੋਇਆਂ 'ਚ ਪਾਣੀ ਖਲੋਂਦਾ, ਇਸੇ ਤਰ੍ਹਾਂ ਜਿਹੜੇ ਹੰਕਾਰ ਦੇ ਟਿੱਬੇ ਬਣੇ ਨੇ ਰੱਬ ਦਾ ਮਿਲਾਪ ਹਾਸਲ ਨਹੀਂ ਕਰ ਪਾਉਂਦੇ। ਮਾਲਕ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਜੀਵਨ 'ਚ ਗਰੀਬੀ, ਨਿਮਰਤਾ, ਹਲੀਮੀ। ਹੁਣ ਇਹ ਪਹਿਲੀ ਉਦਾਹਰਨ ਉਹਨਾਂ ਨੇ ਦਿੱਤੀ, ਗੱਲ ਕੀਤੀ ਰੋੜੇ ਦੀ, ਵੱਟੇ ਦੀ, ਰਸਤੇ 'ਚ ਪਏ ਹੋਏ ਦੀ। ਪਰ ਇਦੋਂ ਬਾਅਦ ਕਬੀਰ ਸਾਹਿਬ ਜਿਹੜੀ ਦੂਜੀ ਗੱਲ ਕਰਦੇ ਹਨ, ਅੜੇ ਨਹੀਂ ਹਨ ਕਿ ਹਾਂ ਜੋ ਮੈਂ ਕਹਿ ਦਿੱਤਾ ਬਸ ਇਹੀ ਅਖੀਰ ਹੈ। ਉਹਨਾਂ ਨੂੰ ਲੱਗਿਆ ਕਿ ਮੇਰੀ ਦਿੱਤੀ ਹੋਈ ਇਸ ਗੱਲ ਦੇ ਵਿੱਚ ਅਜੇ ਹੋਰ ਸੁਧਾਰ ਹੋ ਸਕਦਾ ਹੈ, ਇਦੋਂ ਵੀ ਵਧੀਆ ਸੇਵਕ ਦੀ ਕੋਈ ਦ੍ਰਿਸ਼ਟਾਂਤ, ਸੇਵਕ ਦੇ ਲਈ ਕੋਈ ਐਗਜ਼ੈਂਪਲ ਹੋ ਸਕਦੀ ਹੈ। ਉਹਨਾਂ ਨੇ ਫਿਰ ਦੂਜੀ ਗੱਲ ਕੀਤੀ, ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਹਿੰਦੇ ਜੇ ਕਬੀਰ ਤੂੰ ਪਰਮਾਤਮਾ ਦਾ ਸੇਵਕ ਬਣਨ ਦੇ ਲਈ ਇੱਕ ਪੱਥਰ ਵਰਗਾ, ਰਸਤੇ 'ਚ ਪਏ ਹੋਏ ਵੱਟੇ ਵਰਗਾ ਵੀ ਬਣ ਗਿਆ ਤੇ ਕੀ ਹੋਇਆ? ਠੀਕ ਹੈ ਲੋਕ ਇੱਧਰੋਂ ਠੋਕਰ ਮਾਰਦੇ ਉੱਧਰੋਂ ਮਾਰਦੇ ਨੇ, ਪਰ ਹੋ ਸਕਦਾ ਹੈ ਕੋਈ ਨੰਗੇ ਪੈਰੀ ਜਾਂਦਾ ਪਿਆ ਹੋਵੇ, ਉਹਨੂੰ ਉਸੇ ਪੱਥਰ ਤੋਂ ਠੇਡਾ ਲੱਗ ਜਾਏ। ਕੋਈ ਰਾਤ ਦੇ ਹਨੇਰੇ 'ਚ ਜਾਂਦਾ ਪਿਆ ਹੋਵੇ, ਉਹਨੂੰ ਠੇਡਾ ਲੱਗ ਜਾਵੇ। ਕੋਈ ਨੇਤਰਹੀਣ ਹੋਵੇ, ਉਹਨੂੰ ਠੇਡਾ ਲੱਗ ਜਾਏ। ਕੋਈ ਬੱਚਾ ਹੋਵੇ, ਉਹਨੂੰ ਠੇਡਾ ਉਸੇ ਪੱਥਰ ਤੋਂ ਲੱਗ ਜਾਏ, ਦੁੱਖ ਲੱਗ ਜਾਏ। ਪਰ ਪਰਮਾਤਮਾ ਦਾ ਸੇਵਕ ਕਿਸੇ ਨੂੰ ਦੁੱਖ ਦੇਣ ਵਾਲਾ ਨਹੀਂ ਹੋਣਾ ਚਾਹੀਦਾ, ਜਾਣੇ 'ਚ ਵੀ ਤੇ ਅਣਜਾਣੇ ਦੇ ਵਿੱਚ ਵੀ। ਵਾਹਿਗੁਰੂ ਦਾ ਸੇਵਕ ਇੰਨਾ ਸੁਚੇਤ ਹੋ ਕੇ ਵਿਚਰੇ ਕਿ ਅਣਜਾਣੇ ਦੇ ਵਿੱਚ ਵੀ ਉਹ ਕਿਸੇ ਦੇ ਠੇਡਾ ਨਾ ਲਗਾਵੇ, ਕਿਸੇ ਨੂੰ ਦੁੱਖ ਨਾ ਦੇਵੇ। ਕਬੀਰ ਸਾਹਿਬ ਕਹਿੰਦੇ ਜੇ ਰੋੜੇ ਵਰਗਾ ਹੋਵੇਗਾ, ਹੋ ਸਕਦਾ ਅਣਜਾਣੇ ਦੇ ਵਿੱਚ ਹੀ ਕਿਸੇ ਦੇ ਠੇਡਾ ਲੱਗ ਜਾਵੇ, ਕਿਸੇ ਦੇ ਦੁੱਖ ਦਾ ਤੂੰ ਕਾਰਨ ਬਣੇ। ਇਸ ਕਰ ਜਿਵੇਂ ਇੱਕ ਰਸਤੇ 'ਚ ਪਿਆ ਹੋਇਆ ਪੱਥਰ, ਭਾਵੇਂ ਸਭ ਉਹਨੂੰ ਪੈਰਾਂ ਦੇ ਥੱਲੇ ਲਤਾੜਦੇ ਨੇ, ਪਰ ਕਈ ਵਾਰ ਕਈਆਂ ਨੂੰ ਉਹਦੇ ਤੋਂ ਠੇਡਾ ਵੀ ਲੱਗਦਾ, ਦੁੱਖ ਵੀ ਲੱਗਦਾ ਹੈ। ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਕਹਿੰਦੇ ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਸੇਵਕ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਵੇਂ ਰਸਤੇ 'ਚ ਪਈ ਹੋਈ ਧੂੜ ਹੈ, ਮਿੱਟੀ ਹੈ। ਹੁਣ ਤੇ ਭਾਵੇਂ ਪੱਕੇ ਰਸਤੇ ਨੇ, ਆਪਾਂ ਜਾਣਦੇ ਹਾਂ ਕੱਚਿਆਂ ਰਾਹਾਂ ਤੇ ਕਿੱਦਾਂ ਮਿੱਟੀ ਧੂੜ ਪਈ ਹੁੰਦੀ ਸੀ। ਪੱਥਰ ਤੋਂ ਬੰਦਾ ਠੇਡਾ ਖਾ ਸਕਦਾ ਹੈ, ਵੱਟੇ ਤੋਂ ਠੇਡਾ ਖਾ ਸਕਦਾ ਹੈ, ਧੂੜ ਤੋਂ ਥੋੜ੍ਹਾ ਕਿਸੇ ਨੂੰ ਠੇਡਾ ਲੱਗਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਜੇ ਰੋੜਾ ਬਣੇਗਾ ਰਸਤੇ ਦਾ, ਕਿਸੇ ਨੂੰ ਦੁੱਖ ਦੇਣ ਦਾ ਕਾਰਨ ਬਣ ਸਕਦਾ ਹੈ। ਰੱਬ ਦਾ ਸੇਵਕ ਇੱਦਾਂ ਦਾ ਚਾਹੀਦਾ ਹੈ ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਤੇ ਰਸਤੇ 'ਚ ਪਈ ਹੋਈ ਮਿੱਟੀ ਹੈ, ਧੂੜ ਹੈ, ਖੇ ਹੈ, ਉੱਦਾਂ ਦਾ ਹੋਵੇ ਪਰਮਾਤਮਾ ਦਾ ਸੇਵਕ। ਨਾ ਜਾਣੇ 'ਚ ਕਿਸੇ ਨੂੰ ਠੋਕਰ ਲੱਗੇ, ਨਾ ਅਣਜਾਣੇ 'ਚ ਕਿਸੇ ਨੂੰ ਠੋਕਰ ਲੱਗੇ, ਨਾ ਦਿਨੇ ਕਿਸੇ ਨੂੰ ਠੇਡਾ ਠੋਕਰ ਲੱਗੇ, ਨਾ ਰਾਤ ਕਿਸੇ ਨੂੰ ਲੱਗੇ। ਪਰ ਇਦੋਂ ਬਾਅਦ ਕਬੀਰ ਸਾਹਿਬ ਫਿਰ ਇਸ ਚੀਜ਼ ਨੂੰ ਵਿਚਾਰਦੇ ਹਨ ਤੇ ਫਿਰ ਉਹ ਕਹਿੰਦੇ ਹਨ ਕਿ ਇਹਦੇ ਤੋਂ ਵੀ ਸੇਵਕ ਦੇ ਲਈ ਇੱਕ ਹੋਰ ਚੰਗੀ ਐਗਜ਼ੈਂਪਲ ਹੋ ਸਕਦੀ ਹੈ ਕਿ ਪਰਮਾਤਮਾ ਦਾ ਸੇਵਕ ਕੈਸਾ ਹੋਵੇ। ਕਿਉਂਕਿ ਧੂੜ ਦੇ ਵਿੱਚ ਵੀ ਉਹਨਾਂ ਨੇ ਜਦੋਂ ਵਿਚਾਰਿਆ ਤੇ ਉਹਨਾਂ ਨੂੰ ਇੱਕ ਘਾਟ ਦਿਖਾਈ ਦਿੱਤੀ। ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ। ਠੀਕ ਹੈ, ਮਿੱਟੀ ਧੂੜ ਕਰਕੇ ਕਿਸੇ ਨੂੰ ਠੋਕਰ ਤਾਂ ਨਹੀਂ ਲੱਗਦੀ ਹੈ, ਠੇਡਾ ਤੇ ਨਹੀਂ ਲੱਗਦਾ ਹੈ, ਪਰ ਹਵਾ ਚੱਲਦੀ ਹੈ ਤੇ ਸਭ ਦੇ ਪੈਰਾਂ ਦੇ ਥੱਲੇ ਰਹਿਣ ਵਾਲੀ ਧੂੜ ਵੀ ਆਖਰ ਉੱਪਰ ਨੂੰ ਉੱਠਦੀ ਹੈ ਤੇ ਮਨੁੱਖ ਦੇ ਕੱਪੜਿਆਂ ਨੂੰ, ਚਿਹਰੇ ਨੂੰ ਮਲੀਨ ਕਰਦੀ ਹੈ, ਗੰਦਾ ਕਰਦੀ ਹੈ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਸੇਵਕ ਕਿਸੇ ਨੂੰ ਮਲੀਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਮੈਲਾ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਹੈ।
ਉਹ ਗੰਦਗੀ ਫੈਲਾਉਣ ਵਾਲਾ ਨਹੀਂ ਹੋਣਾ ਚਾਹੀਦਾ, ਉਹ ਤੇ ਸਮਾਜ 'ਚੋਂ ਗੰਦਗੀ ਹਟਾਉਣ ਵਾਲਾ ਹੋਣਾ ਚਾਹੀਦਾ, ਹਟਾਉਣ ਵਾਲਾ। ਤੇ ਪਿੱਛੇ ਵੀ ਕਬੀਰ ਸਾਹਿਬ ਕਹਿੰਦੇ ਗੰਦਗੀ ਹਟਾਉਣ ਵਾਲਾ ਸੂਰ ਹੀ ਹੈ ਤੇ ਉਹ ਗੰਦਗੀ ਖਿਲਾਰਨ ਵਾਲੇ ਸਾਕਤ ਤੋਂ ਬਿਹਤਰ ਹੈ, ਕਿਉਂਕਿ ਉਹ ਸਾਫ਼ ਸਫਾਈ ਕਰਦਾ ਪਿਆ, ਗੰਦਗੀ ਫੈਲਾਉਂਦਾ ਨਹੀਂ ਪਿਆ, ਹਟਾਉਂਦਾ ਪਿਆ। ਪਰਮਾਤਮਾ ਦਾ ਸੇਵਕ ਨੇ ਤੇ ਸਮਾਜ ਅੰਦਰ ਚੰਗਿਆਈਆਂ ਦੀ ਸੁਗੰਧੀ ਨੂੰ ਫੈਲਾਣਾ ਹੈ। ਸੇਵਕ ਨੇ ਤੇ ਸਮਾਜ ਅੰਦਰ ਗੁਣਾਂ ਦੀ ਸੁਗੰਧੀ ਨੂੰ ਫੈਲਾਣਾ ਹੈ। ਉਹਨੇ ਸਮਾਜ ਅੰਦਰ ਬੁਰਾਈਆਂ ਨਹੀਂ ਫੈਲਾਣੀਆਂ ਹਨ, ਗੰਦਗੀ ਨਹੀਂ ਫੈਲਾਣੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਖੇ ਵਰਗਾ ਵੀ ਬਣ ਗਿਆ ਤੇ ਗੱਲ ਫਿਰ ਵੀ ਪੂਰੀ ਨਹੀਂ ਹੁੰਦੀ ਹੈ, ਕਿਉਂਕਿ ਉਹਦੇ 'ਚ ਵੀ ਘਾਟ ਹੈ, ਉਹ ਵੀ ਉੱਡਦੀ ਹੈ ਤੇ ਕੱਪੜਿਆਂ ਨੂੰ, ਸਰੀਰ ਨੂੰ ਮੈਲਾ ਕਰਦੀ ਹੈ। ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਉਹ ਕਹਿੰਦੇ ਪਰਮਾਤਮਾ ਦਾ ਸੇਵਕ ਪਾਣੀ ਵਰਗਾ ਹੋਵੇ। ਧੂੜ ਤੇ ਉੱਡਦੀ ਹੈ ਤੇ ਕੱਪੜੇ ਮੈਲੇ ਕਰਦੀ ਹੈ, ਪਰ ਪਾਣੀ ਤਾਂ ਮੈਲ ਧੋਂਦਾ ਹੈ, ਪਾਣੀ ਥੋੜ੍ਹਾ ਕਿਸੇ ਨੂੰ ਮੈਲਾ ਕਰਦਾ ਹੈ। ਇਸ ਕਰਕੇ ਉਹ ਕਹਿੰਦੇ ਪਰਮਾਤਮਾ ਦਾ ਸੇਵਕ ਪਾਣੀ ਵਰਗਾ ਹੋਵੇ। ਤੇ ਭਾਈ ਗੁਰਦਾਸ ਸਾਹਿਬ ਨੇ ਵੀ ਇੱਕ ਜਗ੍ਹਾ ਤੇ ਗੁਰਸਿੱਖੀ ਦੀ ਗੱਲ ਕਰਦੇ ਹੋਏ ਤੇ ਸਿੱਖ ਦੀਆਂ ਨਿਸ਼ਾਨੀਆਂ ਦਸੀਆਂ ਕਿ ਸਿੱਖ ਕਿੱਦਾਂ ਦਾ ਹੋਵੇ, ਤੇ ਉਹਨਾਂ ਨੇ ਵੀ ਪਾਣੀ ਦੀ ਉਦਾਹਰਣ ਦਿੱਤੀ ਹੈ। ਭਾਈ ਗੁਰਦਾਸ ਜੀ ਦੇ ਬਚਨ ਹਨ, ਧਰਤੀ ਪੈਰਾਂ ਹੇਠ ਹੈ, ਸਾਰਿਆਂ ਦੇ ਪੈਰਾਂ ਦੇ ਥੱਲੇ ਕੀ ਹੈ? ਧਰਤੀ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖੋ ਪਾਣੀ ਦੀ ਨਿਮਰਤਾ। ਜਿਉਣਾ ਸਿੱਖਣਾ ਹੈ ਪਾਣੀ ਤੋਂ ਸਿੱਖੋ, ਨਿਮਰਤਾ ਧਾਰਨ ਕਰਨੀ ਸਿੱਖਣੀ ਹੈ ਤੇ ਪਾਣੀ ਤੋਂ ਸਿੱਖੋ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਧਰਤੀ ਤੋਂ ਵੀ ਥੱਲੇ ਹੈ। ਫਿਰ ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਇੱਕ ਤੇ ਸਭ ਤੋਂ ਥੱਲੇ ਪਾਣੀ। ਦੂਜੇ ਨੰਬਰ ਤੇ ਪਾਣੀ ਦਾ ਸੁਭਾਅ ਹੈ ਕਿ ਪਾਣੀ ਚੱਲੈ ਨਿਵਾਣ ਨੂੰ, ਨੀਵੇਂ ਪਾਸੇ ਨੂੰ ਚੱਲਦਾ ਹੈ। ਸੰਸਾਰ ਦਾ ਵੇਖੋ ਇੱਕ ਦਸਤੂਰ ਹੈ, ਇੱਥੇ ਵੱਡਿਆਂ ਦੇ ਨਾਲ, ਉੱਚਿਆਂ ਦੇ ਨਾਲ, ਤਕੜਿਆਂ ਅਮੀਰਾਂ ਦੇ ਨਾਲ ਤੇ ਸਭ ਸਾਂਝ ਪਾਉਂਦੇ ਹਨ, ਪਰ ਨੀਵਿਆਂ ਦੇ ਨਾਲ ਸਾਂਝ ਕੋਈ ਨਹੀਂ ਪਾਉਂਦਾ ਹੈ। सब होते हैं अपने, जब जर पास होता है टूट जाता है वो रिश्ता गरीबी में जो बड़ा खास होता है। गरीबी च खास तो खास रिश्ते भी बिखर जाते हैं, गरीबी करके टुट जाते हैं रिश्ते, गरीबी करके। लोग ਵੱਡਿਆਂ ਦੇ ਨਾਲ ਸਾਂਝਾਂ ਪਾਉਂਦੇ ਨੇ, ਪਰ ਗੁਰੂ ਨਾਨਕ ਜੀ ਦੇ ਘਰ ਦੀ ਇੱਕ ਵਡਿਆਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀ। ਸਾਡੀ ਵੱਡਿਆਂ ਦੇ ਨਾਲ ਸਾਂਝ ਨਹੀਂ ਹੈ, ਸਾਡੀ ਤੇ ਉਹਨਾਂ ਦੇ ਨਾਲ ਸਾਂਝ ਹੈ ਜਿਨ੍ਹਾਂ ਨੂੰ ਲੋਕ ਹੰਕਾਰੀ ਕਹਿੰਦੇ ਸਨ, ਇਹ ਨੀਵਾ। ਉਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਭਾਈ ਮਰਦਾਨੇ ਨੂੰ। ਤੇ ਜਦੋਂ ਕਿਸੇ ਪੁੱਛਣਾ ਗੁਰੂ ਨਾਨਕ ਬਾਬਾ ਜੀ ਇਹ ਕੌਣ ਹੈ ਜਿਹੜਾ ਤੁਹਾਡੇ ਨਾਲ ਹੈ, ਤੇ ਮਹਾਰਾਜ ਕਦੇ ਇਹ ਨਹੀਂ ਸੀ ਕਹਿੰਦੇ ਕਿ ਇਹ ਮੇਰਾ ਚੇਲਾ ਹੈ, ਇਹ ਨਹੀਂ ਸੀ ਕਹਿੰਦੇ ਕਿ ਇਹ ਡੂਮ ਮਰਦਾਨਾ ਹੈ। ਉਹ ਹਮੇਸ਼ਾ ਉਹ ਕਹਿੰਦੇ ਸਨ ਕਿ ਇਹ ਮੇਰਾ ਭਰਾ ਹੈ, ਇਹ ਮੇਰਾ ਭਰਾ ਹੈ ਮਰਦਾਨਾ। ਇੱਥੋਂ ਤੱਕ ਮਹਾਰਾਜ ਨੇ ਕਹਿ ਦਿੱਤਾ, ਮਰਦਾਨਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਮੇਰੇ ਤੇ ਤੇਰੇ 'ਚ ਕੋਈ ਫਰਕ ਨਹੀਂ ਹੈ। ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਐ ਤਿੱਥੈ ਨਦਰ ਤੇਰੀ ਬਖਸ਼ੀਸ਼। ਮਹਾਰਾਜ ਕਹਿੰਦੇ ਜਿੱਥੇ ਨੀਵੇਂ ਵਸਦੇ ਨੇ ਅਸਲ ਦੇ ਵਿੱਚ ਰੱਬ ਜੀ ਦੀ ਬਖਸ਼ਿਸ਼ ਤੇ ਰਹਿਮਤ ਵੀ ਉੱਥੇ ਹੈ। ਤੇ ਜੇ ਸਾਡੇ ਗੁਰੂ ਨੇ ਉਹਨਾਂ ਦੀ ਬਾਂਹ ਫੜੀ ਹੈ, ਜਿਨ੍ਹਾਂ ਨੂੰ ਸਮਾਜ ਨੇ ਨੀਵਾਂ ਕਿਹਾ ਸੀ, ਤੇ ਸਿੱਖ ਨੇ ਵੀ ਉਹਨਾਂ ਦੇ ਨਾਲ ਹੀ ਸਾਂਝ ਪਾਉਣੀ ਹੈ। ਵੱਡੇ ਹੰਕਾਰੀਆਂ ਦੇ ਨਾਲ ਕੋਈ ਲੋੜ ਨਹੀਂ ਹੈ ਸਿੱਖ ਨੂੰ ਸਾਂਝ ਪਾਉਣ ਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਤੋਂ ਸਿੱਖ। ਪਾਣੀ ਚੱਲੈ ਨਿਵਾਣ ਨੂੰ, ਜਿਵੇਂ ਪਾਣੀ ਨੀਵੇਂ ਪਾਸੇ ਨੂੰ ਚੱਲਦਾ ਹੈ, ਤੂੰ ਵੀ ਇਸੇ ਤਰ੍ਹਾਂ ਨਿਵਾਣ ਵਾਲੇ ਪਾਸੇ ਨੂੰ ਚੱਲਣ ਵਾਲੀ ਆਪਣੀ ਬਿਰਤੀ ਬਣਾ। ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਫਿਰ ਉਹ ਪਾਣੀ ਸਾਨੂੰ ਨਿਰਮਲ ਕਰਦਾ ਹੈ, ਸਾਡੀ ਸੁਸਤੀ ਖਤਮ ਕਰਦਾ, ਸਾਡੀ ਮੈਲ ਖਤਮ ਕਰਦਾ ਹੈ, ਮੈਲ ਧੋਂਦਾ ਹੈ। ਇਸੇ ਤਰ੍ਹਾਂ ਰੱਬ ਦਾ ਸੇਵਕ ਵੀ ਮੈਲ ਧੋਣ ਵਾਲਾ ਹੋਵੇ, ਦੂਜੇ ਨੂੰ ਉਦਮੀ ਬਣਾਉਣ ਵਾਲਾ ਹੋਵੇ ਤੇ ਆਪ ਵੀ ਉਦਮੀ ਹੋਵੇ। ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ। ਫਿਰ ਪਾਣੀ ਦਾ ਇੱਕ ਸੁਭਾਅ, ਜਿਹੜਾ ਮਰਜ਼ੀ ਉਹਦੇ 'ਚ ਰੰਗ ਪਾ ਦਈਏ ਉਹ ਉਸੇ ਰੰਗ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਰੱਬ ਦਾ ਸੇਵਕ ਸਭ ਦੇ ਵਿੱਚ ਘੁਲਣ ਮਿਲਣ ਵਾਲਾ ਹੋਵੇ। ਇਹ ਨਹੀਂ ਕਿ ਆਪਣੇ ਹੰਕਾਰ ਦੇ ਵਿੱਚ ਕਿ ਮੈਂ ਉੱਚਾ ਤੇ ਬਾਕੀ ਨੀਵੇਂ, ਤੇ ਇਸੇ ਹੰਕਾਰ 'ਚ ਹੀ ਰਵੇ।
ਫਿਰ ਭਾਈ ਸਾਹਿਬ ਕਹਿੰਦੇ ਤੱਤਾ ਹੋਵੇ ਧੁੱਪ ਵਿੱਚ ਠੰਡਾ ਛਾਵੇਂ ਠੰਡਾ ਵਿਰਤੀ ਹਾਣੀ। ਧੁੱਪ ਦੇ ਵਿੱਚ ਪਾਣੀ ਤੱਤਾ ਹੁੰਦਾ ਹੈ, ਛਾਂ ਹੋਵੇ ਠੰਡਕ ਹੋਵੇ ਤੇ ਪਾਣੀ ਠੰਡਾ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਧਰੇ ਜ਼ੁਲਮ ਹੁੰਦਾ ਹੋਵੇ ਤੇ ਗੁਰੂ ਕੇ ਸਿੱਖ ਨੇ ਵੀਰ ਰਸ ਦੇ ਵੀ ਧਾਰਨੀ ਬਣਨਾ ਹੈ। ਵੀਰ ਰਸੀ ਵੀ ਹੋਵੇ ਗੁਰੂ ਕਾ ਸਿੱਖ ਗੁਰੂ ਕਾ ਖਾਲਸਾ, ਤੇ ਸਧਾਰਨ ਰੂਪ ਦੇ ਵਿੱਚ ਠੰਡੇ ਸੁਭਾਅ ਦੇ ਵਿੱਚ ਵਿਚਰਨਾ, ਨਿਮਰਤਾ 'ਚ ਵਿਚਰਨਾ ਹੈ। ਉਹ ਕਹਿੰਦੇ ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ। ਪਾਣੀ ਵਾਲੇ ਪਾਸੇ ਵੇਖੋ, ਜੇ ਉਹ ਤਪਦਾ ਵੀ ਹੈ ਉਹਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ। ਅਸੀਂ ਭਾਂਡੇ 'ਚ ਪਾਣੀ ਪਾ ਕੇ ਉਹਨੂੰ ਹਾਂਡੀ ਨੂੰ ਗੈਸ 'ਤੇ ਰੱਖ ਕੇ ਤਪਾਉਂਦੇ ਹਾਂ, ਕਾਹਦੇ ਲਈ? ਆਪਣੀ ਵਰਤੋਂ ਦੇ ਲਈ, ਆਪਣੀ ਲੋੜ ਦੇ ਲਈ। ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਤਾਪ ਵੀ ਆਪਣੇ ਆਪ 'ਤੇ ਸਹਿੰਦਾ ਹੈ। ਉਹ ਤਪਦਾ ਵੀ ਪਰਉਪਕਾਰ ਨੂੰ ਹੈ, ਤੇ ਅੱਤ ਦੀ ਗਰਮੀ ਦੇ ਵਿੱਚ ਆਪਾਂ ਠੰਡਾ ਪਾਣੀ ਪੀਂਦੇ ਹਾਂ ਤੇ ਸਾਨੂੰ ਠੰਡ ਵੀ ਪਾ ਦਿੰਦਾ। ਉਹ ਠੰਡਾ ਵੀ ਹੁੰਦਾ ਹੈ ਤੇ ਸਾਡੀ ਜ਼ਰੂਰਤ ਦੇ ਲਈ। ਫਿਰ ਇੱਕ ਸੁਭਾਅ ਭਾਈ ਸਾਹਿਬ ਕਹਿੰਦੇ ਪਾਣੀ ਭਾਵੇਂ ਤੱਤਾ ਹੋਵੇ ਭਾਵੇਂ ਹੋਵੇ ਠੰਡਾ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਲਾਈ। ਜਿੰਨਾ ਮਰਜੀ ਪਾਣੀ ਤੱਤਾ ਹੋਵੇ, ਬਲਦੀ ਹੋਈ ਅੱਗ ਤੇ ਪਾਣੀ ਪਾਵਾਂਗੇ ਤੇ ਪਾਣੀ ਨੇ ਅੱਗ ਬੁਝਾਉਣੀ ਹੀ ਬੁਝਾਉਣੀ ਹੈ। ਇਹ ਨਹੀਂ ਕਿ ਠੰਡਾ ਪਾਣੀ ਅੱਗ ਬੁਝਾਵੇ ਤੇ ਤੱਤੇ ਪਾਣੀ ਦੇ ਨਾਲ ਅੱਗ ਦੇ ਭਾਂਬੜ ਹੋਰ ਮੱਚਣ। ਕਿਸੇ ਤਰ੍ਹਾਂ ਦੀ ਕੋਈ ਅੱਗ ਲੱਗੀ ਹੋਵੇ, ਸਿੱਖ ਜੇ ਤਪਦਾ ਵੀ ਹੈ ਤੇ ਅੱਗ ਜ਼ੁਲਮ ਦੀ ਅੱਗ ਨੂੰ ਬੁਝਾਉਣ ਦੇ ਲਈ ਸਿੱਖ ਨੇ ਤਪਣਾ ਹੈ, ਵੀਰ ਰਸ ਦੇ ਵਿੱਚ ਆਉਣਾ ਹੈ। ਜ਼ੁਲਮ ਦੀ ਅੱਗ ਨੂੰ ਵਧਾਉਣ ਦੇ ਲਈ ਨਹੀਂ ਤਪਣਾ ਹੈ ਸਿੱਖ ਨੇ। ਸਿੱਖ ਦਾ ਕੰਮ ਕੀ ਹੈ? ਅੱਗ ਬੁਝਾਉਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਇਤਿਹਾਸ ਦੇ ਪਹਿਲੇ ਜਿਹੜੇ ਸਿੱਖ ਹੋਏ ਨੇ, ਭਾਈ ਤਾਰੂ ਪੋਪਟ ਜੀ। ਅੱਗ ਲੱਗ ਗਈ ਲਾਹੌਰ। ਕੁਝ ਇਤਿਹਾਸਕਾਰਾਂ ਨੇ ਐਮਨਾਬਾਦ ਦੀ ਗੱਲ ਕਹੀ ਹੈ। ਅੱਗ ਦੀਆਂ ਲਾਟਾਂ ਬੜੀਆਂ ਉੱਪਰ ਅਸਮਾਨ ਤੱਕ ਉੱਠਦੀਆਂ ਪਈਆਂ ਸਨ, ਤੇ ਇਹ ਗੁਰੂ ਕਾ ਸਿੱਖ ਪਾਣੀ ਦੀ ਬਾਲਟੀ ਇਹਨੇ ਭਰੀ ਤੇ ਅੱਗ ਬੁਝਾਉਣ ਤੁਰ ਪਿਆ। ਕਿਸੇ ਨੇ ਪੁੱਛਿਆ ਕਿ ਤੇਰੀ ਇੱਕ ਬਾਲਟੀ ਪਾਣੀ ਦੇ ਨਾਲ ਅੱਗ ਕੀ ਬੁਝੇਗੀ, ਕੀ ਅੱਗ ਬੁਝੇਗੀ? ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਭਾਵੇਂ ਅੱਗ ਬੁਝੇ ਨਾ ਬੁਝੇ ਗੱਲ ਵੱਖਰੀ ਹੈ, ਪਰ ਅੱਗ ਲੱਗੀ ਹੋਵੇ ਤੇ ਗੁਰੂ ਦਾ ਸਿੱਖ ਸ਼ਾਂਤ ਨਹੀਂ ਬਹਿੰਦਾ। ਉਹ ਅੱਗ ਬੁਝਾਉਣ ਦਾ ਆਪਣਾ ਫਰਜ਼ ਨਿਭਾਉਂਦਾ ਹੀ ਨਿਭਾਉਂਦਾ ਹੈ। ਤੇ ਉਹ ਜ਼ਾਲਮਾਂ ਨੇ, ਮੁਗਲ ਸਿਪਾਹੀਆਂ ਨੇ ਭਾਈ ਤਾਰੂ ਨੂੰ ਵੀ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਇਹ ਸਾਡੇ ਇਤਿਹਾਸ ਦਾ ਵੈਸੇ ਪਹਿਲਾ ਸ਼ਹੀਦ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ। ਸਿੱਖ ਦਾ ਕੰਮ ਹੈ ਅੱਗ ਬੁਝਾਉਣਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਭਾਵੇਂ ਜਿੰਨਾ ਮਰਜ਼ੀ ਤੱਤਾ ਹੋਵੇ ਅੱਗ ਬੁਝਾਉਂਦਾ ਹੈ, ਅੱਗ ਭੜਕਾਉਂਦਾ ਨਹੀਂ ਹੈ। ਸਿੱਖ ਭਾਵੇਂ ਜਿੰਨੇ ਮਰਜ਼ੀ ਵੀਰ ਰਸ ਦੇ ਵਿੱਚ ਹੋਵੇ, ਪਾਣੀ ਤੋਂ ਸਿੱਖਣਾ ਹੈ। ਜ਼ੁਲਮ ਦੀ ਅੱਗ ਬੁਝਾਉਣ ਵਾਲਾ ਕਰਮ ਕਰਨਾ, ਅੱਗ ਭੜਕਾਉਣ ਵਾਲਾ ਨਹੀਂ। ਉਹ ਕਹਿੰਦੇ ਗੁਰਸਿੱਖੀ ਦੀ ਇਹੋ ਨਿਸ਼ਾਨੀ, ਇਹ ਸਿੱਖੀ ਦੀਆਂ ਨਿਸ਼ਾਨੀਆਂ ਨੇ। ਪਾਣੀ ਤੋਂ ਸਿੱਖ ਕੇ ਸਿੱਖੀ ਸਿਦਕ ਦੇ ਵਿੱਚ ਦ੍ਰਿੜ ਹੋਣਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਹਿੰਦੇ ਪਰਮਾਤਮਾ ਦਾ ਸੇਵਕ ਚਾਹੀਦਾ ਹੈ ਪਾਣੀ ਵਰਗਾ। ਜਿਵੇਂ ਪਾਣੀ ਹੈ ਉਸੇ ਤਰ੍ਹਾਂ ਦਾ ਹੋਵੇ ਪਰਮਾਤਮਾ ਦਾ ਸੇਵਕ। ਤੇ ਅਖੀਰ 'ਚ ਜਾ ਕੇ ਚੌਥੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਨੂੰ ਇੱਦਾਂ ਲੱਗਿਆ ਕਿ ਜਿਵੇਂ ਪਾਣੀ ਦੇ ਨਾਲ ਸੇਵਕ ਦੇ ਜੀਵਨ ਦੀ ਤੁਲਨਾ ਕਰਨੀ, ਜਾਂ ਸੇਵਕ ਦਾ ਆਪਣੇ ਜੀਵਨ ਨੂੰ ਪਾਣੀ ਵਰਗਾ ਬਣਾਉਣਾ ਵੀ ਗੱਲ ਅਜੇ ਅਧੂਰੀ ਆ। ਕਿਉਂਕਿ ਕੋਈ ਵੀ ਦੁਨੀਆ ਦੀ ਉਦਾਹਰਣ ਹੈ ਨਾ, ਹਰ ਉਦਾਹਰਣ ਦੇ ਦੋ ਪੱਖ ਹਨ। ਇੱਕ ਪੱਖ ਤੋਂ ਚੀਜ਼ ਕੁਝ ਹੋਰ ਸਾਬਤ ਹੁੰਦੀ ਹੈ, ਦੂਜੇ ਪੱਖ ਤੋਂ ਕੁਝ ਹੋਰ ਸਾਬਤ ਹੁੰਦੀ ਹੈ। ਜਿਵੇਂ ਬਾਂਸ ਦੀ ਉਦਾਹਰਣ ਬਾਣੀ 'ਚ ਬੜੀਆਂ ਥਾਵਾਂ 'ਤੇ ਬਾਂਸ ਦੀ ਗੱਲ ਆਈ ਤੇ ਹੰਕਾਰ ਦੀ ਗੱਲ ਕੀਤੀ ਗਈ ਕਿ ਜਿਹੜਾ ਹੰਕਾਰੀ ਬੰਦਾ ਹੈ ਉਹ ਬਾਂਸ ਵਰਗਾ ਹੈ। ਬਾਂਸ ਆਕੜਿਆ ਰਹਿੰਦਾ ਹੈ, ਖੋਖਲਾਪਨ ਹੈ। ਹੰਕਾਰੀ ਦੀ ਬਿਰਤੀ ਵੀ ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਪਰ ਉਸੇ ਬਾਂਸ ਦੀ ਉਦਾਹਰਣ ਦੇ ਕੇ ਭਾਈ ਵੀਰ ਸਿੰਘ ਨੇ ਗੱਲ ਕੀਤੀ ਨਿਮਰਤਾ ਦੀ। ਕਹਿੰਦੇ ਜਦੋਂ ਹੜ੍ਹ ਆਉਂਦਾ ਹੈ ਤੇ ਬਾਕੀ ਦਰਖਤ ਤੇ ਜੜੋਂ ਪੁੱਟੇ ਜਾਂਦੇ ਹਨ ਜਿਹੜੇ ਆਕੜੇ ਰਹਿੰਦੇ ਹਨ, ਪਰ ਉਹ ਪਾਣੀ ਦੇ ਵਹਾਅ ਦੇ ਵਿੱਚ ਬਾਂਸ ਦੇ ਜਿਹੜੇ ਦਰਖਤ ਹਨ, ਹਵਾ ਤੇਜ਼ ਚੱਲਦੀ ਆ, ਉਹ ਝੁਕ ਜਾਂਦੇ ਹਨ। ਤੇ ਪਾਣੀ ਜਿੰਨਾ ਮਰਜ਼ੀ ਤੇਜ਼ ਚੱਲੇ, ਬਾਂਸ ਦਾ ਦਰਖਤ ਜੜੋਂ ਨਹੀਂ ਪੁੱਟਿਆ ਜਾਂਦਾ। ਕਿਉਂ? ਕਿਉਂਕਿ ਉਹ ਹਵਾ ਦੇ ਤੇਜ਼ ਵਹਾਅ ਦੇ ਵਿੱਚ ਝੁਕ ਗਿਆ। ਦੂਜੇ ਦਰਖਤ ਨਹੀਂ ਝੁਕੇ ਤੇ ਉਹ ਜੜੋਂ ਪੁੱਟੇ ਗਏ।
ਕਹਿਣ ਦਾ ਭਾਵ ਇੱਕ ਪਾਸੇ ਬਾਂਸ ਦੀ ਹੰਕਾਰ ਬਾਰੇ ਵੀ ਉਦਾਹਰਣ ਦਿੱਤੀ ਹੈ, ਦੂਜੇ ਪਾਸੇ ਬਾਂਸ ਤੋਂ ਨਿਮਰਤਾ ਦੀ ਉਦਾਹਰਣ ਵੀ ਦਿੱਤੀ ਹੈ ਸਿੱਖਣ ਦੀ। ਜਿਵੇਂ ਸਤਿਗੁਰੂ ਨੇ ਕੂਕਰ ਦੀ ਉਦਾਹਰਣ ਦਿੱਤੀ ਬਾਣੀ 'ਚ, ਕਿੰਨੀਆਂ ਥਾਵਾਂ ਤੇ ਲੋਭੀ ਬੰਦੇ ਦੀ ਤੁਲਨਾ ਕੁੱਤੇ ਦੇ ਨਾਲ ਕੀਤੀ ਗਈ ਹੈ। ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੇ ਤੋਂ ਸਿੱਖਿਆ ਵੀ ਜਾ ਸਕਦਾ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਕਹਿਣ ਦਾ ਭਾਵ ਕਿ ਸੰਸਾਰ ਦੀ ਹਰ ਉਦਾਹਰਣ ਦੇ ਦੋ ਪੱਖ ਹਨ, ਤੇ ਕਬੀਰ ਸਾਹਿਬ ਪਹਿਲਾਂ ਤੇ ਇੱਕ ਪੱਖ ਨੂੰ ਰੱਖ ਕੇ ਗੱਲ ਕਰਦੇ ਨੇ ਕਿ ਸੇਵਕ ਇੱਦਾਂ ਦਾ ਹੋਵੇ, ਫਿਰ ਉਹ ਵਿਚਾਰਦੇ ਨੇ ਕਿ ਜੇ ਸੇਵਕ ਰੋੜੇ ਵਰਗਾ ਹੋਇਆ ਫਿਰ ਉਹ ਠੀਕ ਹੈ, ਸਾਰੇ ਉਹਨੂੰ ਠੋਕਰਾਂ ਤੇ ਮਾਰਦੇ ਨੇ, ਪਰ ਕਿਸੇ ਕਿਸੇ ਨੂੰ ਦੁੱਖ ਦੇਣ ਦਾ ਕਾਰਨ ਵੀ ਬਣਦਾ ਹੈ। ਰੱਬ ਦਾ ਸੇਵਕ ਧੂੜ ਵਰਗਾ ਹੋਵੇ, ਪਰ ਫਿਰ ਉਹ ਵਿਚਾਰਦੇ ਨੇ ਕਿ ਉਹ ਤੇ ਉੱਡਦੀ ਹੈ ਤੇ ਕਿਸੇ ਨੂੰ ਮੈਲਾ ਵੀ ਕਰਦੀ ਹੈ। ਫਿਰ ਉਹ ਪਾਣੀ ਦੀ ਉਦਾਹਰਣ ਦਿੰਦੇ ਹਨ, ਤੇ ਫਿਰ ਦੂਜੇ ਪਾਸੇ ਸੋਚਦੇ ਨੇ ਕਿ ਪਾਣੀ ਤੇ ਠੰਡਾ ਤੱਤਾ ਹੁੰਦਾ ਹੈ, ਵਕਤ ਦੇ ਨਾਲ ਹਾਲਾਤਾਂ ਮੁਤਾਬਕ ਸੇਵਕ ਤੇ ਇੱਕੋ ਜਿਹੇ ਨਿਰਮਲ ਸ਼ੀਤਲ ਸਹਿਜ ਸੁਭਾਅ ਵਾਲਾ ਹੋਣਾ ਚਾਹੀਦਾ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ। ਕੁਝ ਲੋਕ ਇਹ ਕਹਿੰਦੇ ਨੇ ਤਸੀਰ ਤੱਤੀ ਹੁੰਦੀ ਹੈ ਪਾਣੀ ਦੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕੀਤੇ ਹਨ ਕਿ ਪਾਣੀ ਕਦੇ ਠੰਡਾ ਤੇ ਕਦੇ ਤੱਤਾ ਹੁੰਦਾ ਹੈ, ਤੇ ਕਬੀਰ ਸਾਹਿਬ ਕਹਿੰਦੇ ਪਾਣੀ ਵੀ ਇੱਕੋ ਜਿਹਾ ਨਹੀਂ ਰਹਿੰਦਾ। ਵਾਹਿਗੁਰੂ ਦਾ ਸੇਵਕ ਤੇ ਹਮੇਸ਼ਾ ਇੱਕੋ ਜਿਹਾ ਰਹਿਣਾ ਚਾਹੀਦਾ ਹੈ। ਤੇ ਅਖੀਰ ਫਿਰ ਕਬੀਰ ਸਾਹਿਬ ਨੇ ਜਿਹੜੀ ਗੱਲ ਲਿਆ ਕੇ ਜਿੱਥੇ ਗੱਲ ਮੁਕਾਈ, ਕਹਿੰਦੇ ਦੁਨੀਆ ਦੀ ਹਰ ਉਦਾਹਰਣ ਦੇ ਵਿੱਚ ਦੂਜਾ ਪੱਖ ਕੁਝ ਹੋਰ ਕਹਿ ਰਿਹਾ ਹੈ। ਇਸ ਕਰਕੇ ਪਰਮਾਤਮਾ ਦਾ ਸੇਵਕ ਕਿਸ ਤਰ੍ਹਾਂ ਦਾ ਹੋਵੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਰੱਬ ਦਾ ਸੇਵਕ ਬਸ ਰੱਬ ਵਰਗਾ ਹੀ ਹੋਵੇ, ਕਿਉਂਕਿ ਰੱਬ ਹੀ ਹੈ ਜਿਹਦਾ ਕੋਈ ਦੂਜਾ ਪਾਸਾ ਨਹੀਂ ਹੈ, ਪੱਖ ਨਹੀਂ। ਉਹ ਪਰਮਾਤਮਾ ਮਿਸ਼ਰੀ ਦੇ ਪਹਾੜ ਦੀ ਤਰ੍ਹਾਂ ਜਿੱਧਰੋਂ ਮਰਜ਼ੀ ਖਾਵੋ ਉਧਰ ਹੀ ਮਿਠਾਸ ਹੈ, ਜਿੱਧਰੋਂ ਮਰਜ਼ੀ ਉਧਰ ਹੀ ਮਿਠਾਸ। ਇਸ ਕਰਕੇ ਵਾਹਿਗੁਰੂ ਦਾ ਸੇਵਕ ਵਾਹਿਗੁਰੂ ਵਰਗਾ ਹੋਵੇ, ਤੇ ਵਾਹਿਗੁਰੂ ਵਰਗਾ ਪਰਮਾਤਮਾ ਦਾ ਸੇਵਕ ਜੇ ਪਰਮਾਤਮਾ ਵਰਗਾ ਬਣਨਾ ਹੈ ਤੇ ਉਹਦੇ ਲਈ ਜ਼ਰੂਰੀ ਹੈ ਜਿਹੜੇ ਗੁਣ ਪਰਮਾਤਮਾ ਦੇ ਹਨ ਉਹੀ ਗੁਣ ਪਰਮਾਤਮਾ ਦੇ ਸੇਵਕ ਦੇ ਹੋਣ। ਜਿੱਦਾਂ ਦਾ ਬਿਰਧ ਸੁਭਾਅ ਪਰਮਾਤਮਾ ਦਾ ਹੈ ਉਸੇ ਤਰ੍ਹਾਂ ਦਾ ਸੁਭਾਅ ਸੇਵਕ ਦਾ ਬਣ ਜਾਏ, ਫਿਰ ਸਮਝੋ ਸੇਵਕ ਪਰਮਾਤਮਾ ਵਰਗਾ। ਤੇ ਪਰਮਾਤਮਾ ਦੇ ਗੁਣ ਗੁਰੂ ਸਾਹਿਬ ਨੇ ਮੂਲ ਮੰਤਰ ਰਾਹੀਂ ਵੀ ਦੱਸੇ ਨੇ ਬਾਣੀ 'ਚ ਕਿੰਨੀਆਂ ਥਾਵਾਂ ਤੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹਦਾ ਸੁਭਾਅ ਉਹ ਮਿੱਠਾ ਬੋਲਣ ਵਾਲਾ ਹੈ। ਜੋ ਮਿੱਠ ਬੋਲੜਾ ਹੈ ਤੇ ਉਹਦਾ ਸੇਵਕ ਵੀ ਮਿੱਠ ਬੋਲੜਾ ਹੋਣਾ ਚਾਹੀਦਾ ਹੈ। ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਉਹ ਸਭ ਦੀ ਪਾਲਣਾ ਕਰਨ ਵਾਲਾ ਹੈ ਤੇ ਉਹਦਾ ਸੇਵਕ ਵੀ ਸਭ ਦੀ ਪਾਲਣਾ ਕਰਨ ਵਾਲਾ, ਸਭ ਦਾ ਸਹਾਰਾ, ਸਰਬੱਤ ਦਾ ਭਲਾ ਮੰਗਣ ਵਾਲਾ ਹੋਵੇ। ਉਹ ਸਮ ਦ੍ਰਿਸ਼ਟੀ ਦਾ ਮਾਲਕ ਹੈ, ਪਰਮਾਤਮਾ ਦਾ ਸੇਵਕ ਵੀ ਸਮ ਦ੍ਰਿਸ਼ਟੀ ਦਾ ਮਾਲਕ ਹੋਵੇ। ਸੋ ਜਿਹੜੇ ਗੁਣ ਅਕਾਲ ਪੁਰਖ ਦੇ ਨੇ, ਕਬੀਰ ਸਾਹਿਬ ਕਹਿੰਦੇ ਸੇਵਕ ਨੇ ਵੀ ਉਹੀ ਗੁਣ ਆਪਣੇ ਜੀਵਨ ਦੇ ਅੰਦਰ ਧਾਰਨ ਕਰਨੇ ਨੇ। ਤੇ ਜਦੋਂ ਫਿਰ ਸੇਵਕ ਵਾਹਿਗੁਰੂ ਵਰਗੇ ਅਕਾਲ ਪੁਰਖ ਵਰਗੇ ਗੁਣ ਆਪਣੇ ਜੀਵਨ 'ਚ ਧਾਰਨ ਕਰਦਾ ਹੈ ਤੇ ਫਿਰ ਸੇਵਕ ਪਰਮਾਤਮਾ ਦਾ ਹੀ, ਪਰਮੇਸ਼ਰ ਦਾ ਹੀ ਰੂਪ ਬਣਦਾ ਹੈ ਤੇ ਉਹਦੀਆਂ ਵਡਿਆਈਆਂ ਵੀ ਪਰਮੇਸ਼ਰ ਵਰਗੀਆਂ ਹੀ ਬਣ ਜਾਂਦੀਆਂ ਨੇ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਜਿਵੇਂ ਰੱਬ ਦੀ ਕਥਾ ਬੇਅੰਤ ਹੈ, ਅਕਥ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਉਹ ਕਰਤੇ ਕੀਆਂ ਬਾਤਾਂ ਬੇਅੰਤ ਹਨ। ਮਹਾਰਾਜ ਕਹਿੰਦੇ ਉਹਦੇ ਸੇਵਕ ਦੀਆਂ ਬਾਤਾਂ ਵੀ ਉਸੇ ਤਰ੍ਹਾਂ ਦੀਆਂ ਬਣਦੀਆਂ ਹਨ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਏ ਨਾ ਜਾਏ ਨਾ ਕਬਹੁ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਹੁਣ ਵਾਹਿਗੁਰੂ ਹੈ, ਆਉਣ ਜਾਣ ਵਾਲੇ ਗੇੜ 'ਚ ਨਹੀਂ ਹੈ, ਅਕਾਲ ਮੂਰਤ। ਤੇ ਰੱਬ ਦਾ ਸੇਵਕ ਵੀ ਫਿਰ ਉਸੇ ਤਰ੍ਹਾਂ ਬਣਦਾ, ਉਹਦੀ ਵੀ ਵਡਿਆਈ ਜੁਗੋ ਜੁਗ ਅਟਲ ਸੰਸਾਰ ਅੰਦਰ ਬਣਦੀ ਹੈ। ਤਿੰਨਾਂ ਕੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਸਤਿਗੁਰੂ ਮਿਹਰ ਕਰਨ ਇਹ ਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ 'ਚ ਵਸਣ। ਗੁਰੂ ਕੇ ਸੱਚੇ ਸਿੱਖ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਸੇਵਕ ਬਣੀਏ। ਜੀਵਨ ਸਫਲ ਹੋਵੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦੇ ਅਣਜਾਣ ਦਾਸਰੇ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਨਾ ਚਿਤਾਰਨੀਆਂ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ